ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ, ਸਗੋਂ ਦੀ ਭਾਰਤ ਦੀ ਸਿਆਸਤ ਦੇ ਨਾਲ ਵੀ ਜੁੜੀ ਇੱਕ ਵੱਡੀ ਤੇ ਅਹਿਮ ਖਬਰ। ਗੱਲਬਾਤ ਕਰਾਂਗੇ ਕਿ ਕੱਲ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਕਾਂਗਰਸ ਨੂੰ ਝਟਕਾ ਦਿੱਤਾ ਗਿਆ ਸੀ। ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਜਿਹੜਾ ਆਫਰ ਦਿੱਤਾ ਗਿਆ ਸੀ ਕਾਂਗਰਸ ਦੇ ਨਾਲ ਜੁੜਨ ਦਾ 2022 ਦੀਆਂ ਲੋਕ ਸਭਾ ਚੋਣਾਂ ਦੇ ਲਈ, ਉਹਨਾਂ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ, ਤਾਂ ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਨੂੰ ਝਟਕਾ ਦਿੰਦਿਆਂ ਉਹਨਾਂ ਦਾ ਜਿਹੜਾ ਆਫਰ ਸੀਗਾ ਉਹ ਠੁਕਰਾ ਦਿੱਤਾ ਸੀਗਾ। ਪਰ ਦੂਜੇ ਪਾਸੇ ਉਸ ਆਫਰ ਨੂੰ ਠੁਕਰਾਉਣ ਤੋਂ ਬਾਅਦ, ਉਸ ਆਫਰ ਨੂੰ ਠੁਕਰਾਉਣ ਦੀ ਜਾਣਕਾਰੀ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਆ ਉਹ ਇੱਕ ਮੀਟਿੰਗ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਉਸ ਮੀਟਿੰਗ ਦੇ ਬਾਰੇ ਖੁਦ ਟਵੀਟ ਕਰਕੇ ਗੱਲ ਸਾਂਝੀ ਕਰਦੇ ਨੇ। ਉਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲਿਆ, ਕੀ ਇਸ ਟਵੀਟ ਦੇ ਸੰਕੇਤ ਨੇ, ਕੀ ਇਸ ਮੀਟਿੰਗ ਦੇ ਸੰਕੇਤ ਨੇ, ਕਿਉਂਕਿ ਜੋ ਹਾਲਤ ਨਵਜੋਤ ਸਿੱਧੂ ਦੀ ਕਾਂਗਰਸ ਦੇ ਵਿੱਚ ਬਣੀ ਹੋਈ ਹੈ, ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਹਾਲਾਤਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਨੇ, ਜਿਸ ਤਰੀਕੇ ਦੇ ਨਾਲ ਕਾਂਗਰਸ ਦੀਆਂ ਕਮੀਆਂ ਨੂੰ ਗਿਣਵਾ ਰਹੇ ਨੇ ਪ੍ਰਸ਼ਾਂਤ ਕਿਸ਼ੋਰ, ਤਾਂ ਅਜਿਹੇ ਸਭ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਦੋਸਤਾਂ ਦੀ ਇਹ ਮੁਲਾਕਾਤ ਕਈ ਤਰੀਕੇ ਦੀਆਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗੱਲਬਾਤ ਕਰਾਂਗੇ ਕਿ ਇਸ ਮੀਟਿੰਗ ਦੇ ਵਿੱਚੋਂ ਨਿਕਲ ਕੀ ਸਕਦਾ ਹੈ, ਕੀ ਸੰਕੇਤ ਨੇ। ਇਹਨਾਂ ਅਹਿਮ ਖਬਰ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅੰਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸੁਖਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਭ ਸ਼ੁਰੂਆਤ ਜਿਹੜੀ ਹੈ ਉਹ ਆਪਾਂ ਇੱਥੋਂ ਕਰੀਏ ਕਿ ਬੇਸ਼ੱਕ ਪਹਿਲਾਂ ਜਿਹੜਾ ਹੈਗਾ ਉਹਨਾਂ ਨੇ ਠੁਕਰਾ ਦਿੱਤਾ ਆਫਰ, ਕਾਂਗਰਸ ਦੇ ਆਫਰ ਨੂੰ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਫੋਟੋ ਟਵੀਟ ਨਵਜੋਤ ਸਿੰਘ ਸਿੱਧੂ ਦਾ ਜ਼ਰੂਰ ਫੁੱਲ ਸਕਰੀਨ ਤੇ ਦਿਖਾ ਦਿੱਤਾ ਜਾਵੇ। ਜਿਹੜਾ ਇੱਕ ਟਵੀਟ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਾਂਝਾ ਕੀਤਾ ਸੀਗਾ। ਇੱਕ ਪਾਸੇ ਪ੍ਰਸ਼ਾਂਤ ਕਿਸ਼ੋਰ ਜਿਹੜੇ ਆ ਕਾਂਗਰਸ ਨੂੰ ਮਨਾ ਕਰ ਦਿੰਦੇ ਨੇ, ਕਾਂਗਰਸ ਦਾ ਆਫਰ ਠੁਕਰਾ ਦਿੰਦੇ ਨੇ, ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਟਵੀਟ ਆ ਜਾਣਾ ਕਿ ਭਾਈ ਮੇਰੀ ਇਹ ਬਹੁਤ ਵਧੀਆ ਮੀਟਿੰਗ ਹੋਈ ਹੈ ਮੇਰੇ ਓਲਡ ਫਰੈਂਡ, ਮੇਰੇ ਪੁਰਾਣੇ ਦੋਸਤ ਪ੍ਰਸ਼ਾਂਤ ਕਿਸ਼ੋਰ ਦੇ ਨਾਲ। ਕਹਿੰਦੇ ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਤੇ ਪੁਰਾਣੇ ਦੋਸਤ ਅੱਜ ਵੀ ਜਿਹੜੇ ਆ ਉਹ ਬੈਸਟ ਨੇ, ਇਹ ਗੱਲ ਕਹਿੰਦੇ ਦਿਖਾਈ ਦੇ ਰਹੇ ਨੇ। ਅੰਕ ਸਾਹਿਬ, ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ ਨਵਜੋਤ ਸਿੰਘ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਦੀ? ਸੁਖਿੰਦਰ ਜੀ, ਪ੍ਰਸ਼ਾਂਤ ਕਿਸ਼ੋਰ ਦੀ ਦੋਸਤੀ ਜਿਹੜੀ ਹੈ ਨਵਜੋਤ ਸਿੱਧੂ ਨਾਲ ਜਿਹੜਾ ਟਵੀਟ ਆ, ਇਹਦੇ ਸੰਬੰਧੀ ਤੇ ਗੱਲ ਆਪਾਂ ਬਾਅਦ ਚ ਕਰਦੇ ਹਾਂ। ਪਰ ਇੱਕ ਗੱਲ ਜਿਹੜੀ ਪਹਿਲਾਂ ਜ਼ਰੂਰੀ ਕਰਨੀ ਪੈਂਦੀ ਹੈ, ਅੱਜ ਪੂਰਾ 1 ਸਾਲ ਹੋ ਗਿਆ। ਅੱਜ 27 ਅਪ੍ਰੈਲ ਹੈ ਤੇ ਅੱਜ ਦੇ ਦਿਨ ਮੈਂ ਤੇ ਅਸੀਂ ਪਹਿਲੀ ਵਾਰੀ ਜੁੜੇ ਹਾਂ ਦੋਵੇਂ ਜਣੇ ਇਸ ਪ੍ਰੋਗਰਾਮ ਦੇ ਰਾਹੀਂ। ਪੂਰਾ 1 ਸਾਲ ਤੇ ਅੱਜ ਦੇ ਦਿਨ ਆਪਾਂ ਪਹਿਲਾ ਪ੍ਰੋਗਰਾਮ ਕੀਤਾ ਹੈ ਤੇ ਪੂਰਾ 66 ਦਿਨ ਜਿਹੜੇ ਹੋ ਗਏ ਨੇ। ਇਸ 1 ਸਾਲ ਦੇ ਸਫ਼ਰ ਦੇ ਵਿੱਚ ਬਹੁਤ ਕੁਝ ਸਿੱਖਿਆ, ਦੇਖਿਆ ਔਰ ਮਾਣਿਆ ਤੇ ਹਮੇਸ਼ਾ ਇਸ ਚੈਨਲ ਤੇ ਮਾਣ ਰਹੇਗਾ ਕਿ ਇੱਕ ਵਧੀਆ ਪਲੇਟਫਾਰਮ ਤੇ ਆਪਾਂ ਜੁੜ ਕੇ 1 ਸਾਲ ਦਾ ਸਫ਼ਰ ਵਧੀਆ ਤਰੀਕੇ ਨਾਲ ਬਣਾਇਆ। ਤੇ ਮੈਂ ਆਪਣੇ ਵੱਲੋਂ ਆਪਣੀ ਇਸ ਜੁੜੇ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਕਿ ਸਫ਼ਰ ਜਿਹੜਾ ਬਹੁਤ ਵਧੀਆ ਬੀਤਿਆ 1 ਸਾਲ ਦਾ, ਤੇ ਆਸ ਹੈ ਕਿ ਜੀਵਨ 'ਚ ਇਸੇ ਤਰੀਕੇ ਨਾਲ ਇਹ ਸਫ਼ਰ ਜਾਰੀ ਰਹੇਗਾ। ਇਹ ਗੱਲ ਜ਼ਿਕਰ ਜ਼ਰੂਰ ਕਰਦੀ ਅੱਜ ਦੇ ਦਿਨ ਜਿਹੜੀ ਬਾਕੀ ਸੀ, ਬਹੁਤ ਕੁਝ ਸਿਆਸੀ ਘਟਨਾਵਾਂ ਵੇਖੀਆਂ, ਤਖਤੋਂ ਤਾਸ਼ ਤੋਂ, ਅਰਸ਼ਾਂ ਤੋਂ ਫਰਸ਼ ਤੇ ਡਿੱਗੇ ਲੋਕਾਂ ਨੂੰ ਵੇਖਿਆ, ਚਰਚਾਵਾਂ ਕੀਤੀਆਂ, ਹਰ ਵਿਅਕਤੀ ਦੇ ਸੰਬੰਧੀ ਗੱਲਾਂ ਬਾਤਾਂ ਕਰਕੇ ਆਪਾਂ ਆਪਣੇ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਇੱਥੋਂ ਤੱਕ ਲਿਆਂਦਾ। ਖੈਰ, ਇਹਨਾਂ ਭਾਵਤਾਂ ਤੋਂ ਬਾਹਰ ਹੁੰਦੇ ਆਪਾਂ ਸਿੱਧਾ ਪ੍ਰਸ਼ਨ ਤੇ ਹੁੰਦੇ ਹਾਂ, ਜਿਹੜਾ ਪ੍ਰਸ਼ਨ ਤੁਸੀਂ ਕੀਤਾ। ਸੁਖਿੰਦਰ ਜੀ, ਤੁਸੀਂ ਪ੍ਰਸ਼ਾਂਤ ਕਿਸ਼ੋਰ ਔਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਆਪਸੀ ਦੋਸਤੀ ਹੈ, ਉਸ ਦਾ ਇੱਕ ਟਵੀਟ ਜਿਹੜਾ ਉਹ ਦਿਖਾ ਰਹੀ ਸੀ, ਜਿਹਦੇ ਵਿੱਚ ਪੁਰਾਣੇ ਦੋਸਤਾਂ, ਪੁਰਾਣੀ ਸ਼ਰਾਬ ਤੇ ਪੁਰਾਣੇ ਸੋਨੇ ਦੀ ਗੱਲ ਕੀਤੀ ਕਿ ਜਿਹੜੇ ਹਮੇਸ਼ਾ ਕੀਮਤੀ ਹੁੰਦੇ ਨੇ। ਤਾਂ ਪ੍ਰਸ਼ਾਂਤ ਕਿਸ਼ੋਰ ਤੇ ਨਵਜੋਤ ਸਿੱਧੂ ਦੀ ਜਿਹੜੀ ਦੋਸਤੀ ਹੈ ਇਹ ਜਗ ਜਾਹਿਰ ਹੈ। ਯਾਦ ਹੋਵੇਗਾ ਤੁਹਾਨੂੰ ਕਿ ਜਦੋਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰ ਰਹੇ ਸਨ, ਤਾਂ ਉਸ ਸਮੇਂ ਵੀ ਪ੍ਰਸ਼ਾਂਤ ਕਿਸ਼ੋਰ ਜਿਹੜੇ ਸਨ ਨਵਜੋਤ ਸਿੱਧੂ ਦੇ ਇੱਕ ਤਗੜੀ ਢਾਲ ਬਣ ਕੇ ਹਮੇਸ਼ਾ ਉਹਦੇ ਨਾਲ ਰਹੇ ਔਰ ਕਾਂਗਰਸ ਦੀ ਜਿਹੜੀ ਹਾਈਕਮਾਨ ਆ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਂਦੇ ਜੀ ਤਾਂ ਸਥਿਤੀਆਂ ਜਿਹੜੀਆਂ ਨੇ ਤੁਹਾਡੇ ਹੱਕ 'ਚ ਹੋ ਸਕਦੀਆਂ ਨੇ। ਥੋੜਾ ਮੈਂ ਕਹਿੰਦਾ ਥੋੜਾ ਜਿਹਾ ਹੋਰ ਆਪਾਂ ਕਲੀਅਰ ਕਰ ਦਈਏ ਲੋਕਾਂ ਨੂੰ, ਕਿਉਂਕਿ ਦੱਸ ਦਈਏ ਕਿ ਉਹਨਾਂ ਦਿਨਾਂ ਦੇ ਵਿੱਚ ਇਹ ਨਹੀਂ ਕਿ ਸਿਰਫ ਦੋਸਤੀ ਦੇ ਕਰਕੇ ਨਵਜੋਤ ਸਿੰਘ ਸਿੱਧੂ ਦੀ ਉਹ ਢਾਲ ਬਣ ਰਹੀ ਸੀ, ਸਗੋਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀਗੀ ਕਾਂਗਰਸ ਹਾਈ ਕਮਾਨ ਦੇ ਵੱਲੋਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਉਹਨਾਂ ਨੂੰ ਅਟੈਚ ਕੀਤਾ ਗਿਆ ਸੀਗਾ ਪ੍ਰਸ਼ਾਂਤ ਕਿਸ਼ੋਰ ਨੂੰ ਕਿ ਭਾਈ ਤੁਸੀਂ ਦੁਬਾਰਾ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਰਿਪੀਟ ਕਰਵਾਉਣੀ ਹੈ ਤਾਂ ਤੁਸੀਂ ਹਾਲਾਤ ਦੱਸੋ ਪੰਜਾਬ ਦੇ ਅੰਦਰ ਸਰਵੇ ਕਰਕੇ, ਪੰਜਾਬ ਦੇ ਅੰਦਰ ਦੇਖੋ ਤੁਸੀਂ ਕਿਹੋ ਜਿਹੀ ਹਵਾ ਜਿਹੜੀ ਚੱਲ ਰਹੀ ਹੈ, ਸਾਡੀ ਪਾਰਟੀ ਦੇ ਉਲਟ ਚੱਲ ਰਹੀ ਹੈ ਜਾਂ ਸਾਡੀ ਪਾਰਟੀ ਦੇ ਨਾਲ ਚੱਲ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾਣ ਦਾ ਫਾਇਦਾ ਹੈ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਨਾਲ ਜਾਣ ਦਾ ਫਾਇਦਾ। ਉਸ ਤੋਂ ਬਾਅਦ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਗੱਲ ਦੱਸੀ ਸੀ, ਉੱਥੇ ਜਾ ਕੇ ਫੀਡਬੈਕ ਦਿੱਤੀ ਸੀਗੀ ਕਿ ਨਵਜੋਤ ਨੂੰ ਜੇਕਰ ਤੁਸੀਂ ਪ੍ਰਧਾਨ ਬਣਾਉਂਦੇ ਹੋ ਤਾਂ ਜਿਹੜਾ ਤੁਹਾਡੇ ਲਈ ਬੜਾ ਫਾਇਦਾ ਹੋਊਗਾ। ਉਹ ਜਿਹੜੀ ਗੱਲ ਅੱਗੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਦੱਸੀ ਕਿ ਪਤਾ ਨਹੀਂ ਕੀ ਗੱਲ ਕਹਿੰਦੇ ਹੋਈ ਹਾਈ ਕਮਾਨ ਨੂੰ, ਉਹ ਇਹ ਗੱਲ ਕਹਿਣ ਲੱਗੇ ਕਿ ਜੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਿਆ ਤਾਂ ਪੂਰਾ ਪੰਜਾਬ ਸਾਡੇ ਨਾਲ ਜੁੜ ਜੂਗਾ। ਜੀ ਮੈਂ ਇੱਧਰ ਲੱਗਾ ਸਾਂ ਕਿ ਇਹ ਦੋਸਤੀ ਦੀ ਗੱਲ ਨਹੀਂ ਸੀ, ਗੱਲ ਇਹ ਸੀ ਕਿ ਉਸ ਵਕਤ ਪ੍ਰਸ਼ਾਂਤ ਕਿਸ਼ੋਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਹਨਾਂ ਦਾ ਸਲਾਹਕਾਰ ਵੀ ਸੀ ਔਰ ਕੈਬਨਿਟ ਮੰਤਰੀ ਦਾ ਨਿੱਘ ਵੀ ਜਿਹੜਾ ਮੰਨਦੇ ਪਏ ਸੀ ਤੇ 1 ਰੁਪਈਆ ਤਨਖਾਹ ਦਿੱਤੇ ਉਹਨਾਂ ਨੇ ਕੰਮ ਕਰਨ ਦੀ ਜਿਹੜੀ ਸ਼ਰਤ ਜਿਹੜੀ ਸੀ ਉਹ ਮੰਨੀ ਸੀ। ਪਰ ਉਸ ਸਮੇਂ ਦੀਆਂ ਜਿਹੜੀਆਂ ਸਿਆਸੀ ਘਟਨਾਵਾਂ 9 ਅਪ੍ਰੈਲ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ ਔਰ ਜਿਹੜਾ ਉਥਾਨ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਉਸ ਦੌਰ 'ਚ ਹੁੰਦਾ ਤੇ ਦੂਜੇ ਪਾਸੇ ਨਗਾਰ ਜੋ ਕੈਪਟਨ ਅਮਰਿੰਦਰ ਸਿੰਘ ਦਾ ਹੁੰਦਾ, ਉਹਨਾਂ ਸਾਰੀਆਂ ਸਥਿਤੀਆਂ ਦੇ ਮੱਦੇਨਜ਼ਰ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਨੂੰ ਤਲਾਸ਼ਦੀ ਦੇ ਕੇ ਦਿੱਲੀ ਹਾਈ ਕਮਾਨ ਦੇ ਨਾਲ ਸਿੱਧੀ ਰਿਪੋਰਟ ਕਰਦੇ ਆ ਤੇ ਉੱਥੇ ਜਾ ਕੇ ਉਹ ਇਹ ਗੱਲ ਕਹਿੰਦੇ ਨੇ ਜਿਹੜੀ ਗੱਲ ਤੁਸੀਂ ਦੱਸ ਰਹੇ ਜੀ। ਮੈਂ ਇੱਧਰ ਹੀ ਆ ਰਿਹਾ ਸਾਂ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀ ਕਿ ਜੇਕਰ ਕਾਂਗਰਸ ਨੇ ਦੁਬਾਰਾ ਸੱਤਾ ਦੇ ਵਿੱਚ ਆਉਣਾ ਤਾਂ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਤੇ ਕਰਨਾ ਪਏਗਾ ਤੇ ਨਵਜੋਤ ਸਿੱਧੂ ਨੂੰ ਬਤੌਰ ਪ੍ਰਧਾਨ ਦੇ ਦੇਣੀ ਚਾਹੀਦੀ ਹੈ ਤਾਂ ਜੋ ਸਥਿਤੀਆਂ ਜਿਹੜੀਆਂ ਉਹ ਬਦਲ ਸਕਣ। ਇਹਦੇ ਨਾਲ ਹੀ ਨਾਲ 25 ਦੇ ਕਰੀਬ ਇਹ ਜਿਹੜੀਆਂ ਸੀਟਾਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਸਨ ਕਿ ਜਿਹਨਾਂ ਉੱਤੇ ਕਾਂਗਰਸ ਪਾਰਟੀ ਜਿਹੜੀ ਆ ਹਾਤੀ ਉਹ ਟਿਕਟਾਂ ਕੱਟਣ ਦੀ ਸਿਫਾਰਿਸ਼ ਜਿਹੜੀ ਆ ਕਲੀਅਰ ਕੱਟ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਹਾਈ ਕਮਾਨ ਨੂੰ ਕੀਤੀ ਤਾਂ ਉਹ ਜਿਹੜੀਆਂ ਚੋਣਾਂ ਸਨ ਜਿਹੜੀਆਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਜਾਂ ਅਗਵਾਈ ਦੇ ਵਿੱਚ ਲੜੀਆਂ ਜਾਣੀਆਂ ਸਨ ਪਰ ਲੜੀਆਂ ਨਹੀਂ ਗਈਆਂ। ਸਥਿਤੀਆਂ ਬਦਲੀਆਂ, ਬਹੁਤ ਕੁਝ ਇਹੋ ਜਿਹਾ ਹੋਇਆ ਇਹਨਾਂ 5-6 ਮਹੀਨਿਆਂ 'ਚ 111 ਦਿਨਾਂ ਦੇ ਵਿੱਚ ਕਿ ਉਹ ਨਵਜੋਤ ਸਿੱਧੂ ਜਿਹਨੂੰ ਪ੍ਰਸ਼ਾਂਤ ਕਿਸ਼ੋਰ ਉਹਦੀ ਕਾਬਲੀਅਤ ਦੇ ਸਦਕਾ ਪੰਜਾਬ ਕਾਂਗਰਸ ਦੀ ਪ੍ਰਧਾਨ ਬਣਾਉਣ ਦੀ ਸਿਫਾਰਿਸ਼ ਕੀਤੀ, ਅਖੀਰ ਉਹਦੇ ਵਿੱਚੋਂ ਉਹ ਸਫਲ ਨਹੀਂ ਹੋਏ। ਖੈਰ ਇਹ ਬੀਤੇ ਦੀਆਂ ਗੱਲਾਂ ਨੇ ਪਰ ਹੁਣ ਜਿਸ ਤਰੀਕੇ ਨਾਲ ਬੀਤੇ ਦਿਨਾਂ ਤੋਂ ਚਰਚਾਵਾਂ ਆਮ ਚੱਲਦੀਆਂ ਪਈਆਂ ਸਨ ਕਿ ਪ੍ਰਸ਼ਾਂਤ ਕਿਸ਼ੋਰ ਕਿਸੇ ਸਮੇਂ ਵੀ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ, ਸੰਗਠਨ ਦੇ ਵਿੱਚ ਉਹਨਾਂ ਨੂੰ ਅਹੁਦਾ ਦਿੱਤਾ ਜਾ ਸਕਦਾ। ਬਕਾਇਦਾ ਤੌਰ ਤੇ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀ ਪ੍ਰੈਜ਼ੈਂਟੇਸ਼ਨ ਆ ਕਾਂਗਰਸ ਸੁਪਰੀਮੋ ਨੂੰ ਵੀ ਦਿੱਤੀ 370 ਸੀਟਾਂ ਨੂੰ ਆਇਡੈਂਟੀਫਾਈ ਕੀਤਾ ਕਿ ਇਹਨਾਂ ਸੀਟਾਂ ਤੇ ਹਰ ਤਰੀਕੇ ਦੀ ਜਿਹੜੀ ਗੱਲਬਾਤ ਆ ਪ੍ਰਸ਼ਾਂਤ ਕਿਸ਼ੋਰ ਨੇ ਦਿੱਤੀ। ਪਰ ਉਹਦੇ ਨਾਲ ਹੀ ਨਾਲ ਜਿਹੜਾ ਕਾਂਗਰਸ ਦੇ ਵਿੱਚ G23 ਹੈ ਉਹ ਪ੍ਰਸ਼ਾਂਤ ਕਿਸ਼ੋਰ ਦਾ ਸ਼ਾਇਦ ਵਿਰੋਧ ਕਰ ਰਿਹਾ ਸੀ, ਪਰ ਸੋਨੀਆ ਗਾਂਧੀ ਜਿਹੜੀ ਸੀ ਹਰ ਕੀਮਤ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਪਾਰਟੀ ਵਿੱਚ ਜੁਆਇਨ ਕਰਾਉਣਾ ਚਾਹੁੰਦੀ ਸੀ। ਪਰ ਸਮੇਂ ਦੀ ਨਜ਼ਾਕਤ ਦੇਖੋ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਾਰੀਆਂ ਉਹਨਾਂ ਸਥਿਤੀਆਂ ਦਾ ਜਾਇਜ਼ਾ ਲਿਆ। ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਵੀ ਇੱਕ ਖਬਰ ਬੜੀ ਮਹੱਤਵਪੂਰਨ ਸੀ ਕਿ ਪ੍ਰਸ਼ਾਂਤ ਕਿਸ਼ੋਰ ਦੀਆਂ ਨਜ਼ਰਾਂ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਨਵਜੋਤ ਸਿੱਧੂ ਦੀ ਵੈਲਿਊ ਜਿਹੜੀ ਹੈ ਬਹੁਤ ਜ਼ਿਆਦਾ। ਪਰ ਸ਼ਾਇਦ ਜਿਹੜੀਆਂ ਸ਼ਰਤਾਂ ਕੁਝ ਨਵਜੋਤ ਸਿੱਧੂ ਮਾਫ ਕਰ ਜਿਹੜੀਆਂ ਪ੍ਰਸ਼ਾਂਤ ਕਿਸ਼ੋਰ ਨੇ ਰੱਖੀਆਂ ਉਹ ਕਾਂਗਰਸ ਹਾਈ ਕਮਾਨ ਨੂੰ, ਖਾਸ ਤੌਰ ਕਾਂਗਰਸ ਹਾਈ ਕਮਾਨ ਨਾਲ ਕਿ ਗਾਂਧੀ ਪਰਿਵਾਰ ਦੀ ਅਗਰ ਗੱਲ ਕਰੀਏ ਤਾਂ ਗਾਂਧੀ ਪਰਿਵਾਰ ਨੂੰ ਸ਼ਾਇਦ ਉਹ ਪਸੰਦ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਪ੍ਰਸ਼ਾਂਤ ਕਿਸ਼ੋਰ ਦੀ ਇਹ ਸ਼ਰਤ ਸੀ ਜਾਂ ਇਹ ਗੱਲ ਕਹੀ ਗਈ ਕਿ ਸੰਗਠਨ ਦੇ ਵਿੱਚ ਜਿਹੜੀ ਹੈ ਤਬਦੀਲੀ ਹੋਣੀ ਚਾਹੀਦੀ ਹੈ, ਜਿਸ ਤਰੀਕੇ ਨਾਲ ਆਮ ਗੱਲਾਂ ਸੁਣ ਚ ਆ ਰਹੀਆਂ ਨੇ ਕਿ ਸੰਗਠਨ ਜਿਹੜਾ ਮਜ਼ਬੂਤ ਹੋਣਾ ਚਾਹੀਦਾ, ਲੀਡਰਸ਼ਿਪ ਦੇ ਵਿੱਚ ਬਦਲਾਅ ਜਿਹੜਾ ਜ਼ਰੂਰੀ ਹੈ ਔਰ ਉਹੀ ਲੀਡਰਸ਼ਿਪ ਚ ਬਦਲਾਅ ਜਿਹੋ ਜਿਹੇ ਬਦਲਾਅ ਦੀ G23 ਦੇ ਬੰਦੇ ਜਿਹੜੇ ਨੇ ਮੈਂਬਰ ਜਿਹੜੇ ਨੇ ਉਹ ਗੱਲ ਕਰਦੇ ਨੇ। ਪਰ ਇਹ ਗੱਲ ਸ਼ਾਇਦ ਗਾਂਧੀ ਪਰਿਵਾਰ ਜਾਂ ਜਿਹੜੀ ਕਾਂਗਰਸ ਸੁਪਰੀਮੋ ਉਹਨਾਂ ਨੂੰ ਜਿਵੇਂ ਕਹਾਂ ਕਿ ਜਾਂਦੇ ਜਾਂਦੇ ਜਿਸ ਤਰੀਕੇ ਨਾਲ ਪ੍ਰਸ਼ਾਂਤ ਕਿਸ਼ੋਰ ਟਵੀਟ ਕਰਕੇ ਗਏ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੇ ਨਾਲੋਂ ਜ਼ਿਆਦਾ ਕਾਂਗਰਸ ਨੂੰ ਲੀਡਰਸ਼ਿਪ ਦੀ ਲੋੜ ਹੈ ਜਿਹੜਾ ਕਾਂਗਰਸ ਦੇ ਢਾਂਚੇ ਨੂੰ ਬਿਹਤਰ ਤਰੀਕੇ ਦੇ ਨਾਲ ਜਿਹੜਾ ਉਹ ਚਲਾ ਸਕੇ। ਤਾਂ ਉਹਨਾਂ ਨੇ ਇਹ ਗੱਲ ਸਿੱਧੇ ਤੌਰ ਤੇ ਗਾਂਧੀ ਪਰਿਵਾਰ ਦੇ ਉੱਪਰ ਲਾ ਦਿੱਤੀ ਕਿ ਗਾਂਧੀ ਪਰਿਵਾਰ ਤੋਂ ਜੇਕਰ ਪਾਰਟੀ ਪਾਸੇ ਹੋ ਕੇ ਚੱਲਦੀ ਹੈ, ਕਹਿਣ ਦਾ ਭਾਵ ਕਿ ਗਾਂਧੀ ਪਰਿਵਾਰ ਦੀ ਪ੍ਰਧਾਨਗੀ ਤੋਂ ਪਾਸੇ ਹੋ ਕੇ ਚੱਲਦੀ ਹੈ, ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਫਿਰ ਜਿਹੜਾ ਕੁਝ ਨਾ ਕੁਝ ਹੋ ਸਕਦਾ ਹੈ। ਉਹਨੇ ਸਿੱਧੇ ਤੌਰ ਤੇ ਇਹ ਜਿਹੜੀ ਗੱਲ ਆਪਣੇ ਟਵੀਟ ਦੇ ਜਰੀਏ ਜਾਂਦੇ ਜਾਂਦੇ ਵੀ ਕਹਿਤੀ, ਹਾਲਾਂਕਿ ਪਤਾ ਇਹ ਵੀ ਲੱਗਿਆ ਕਿ ਆਪਣੀਆਂ ਸ਼ਰਤਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਇਹ ਗੱਲ ਰੱਖੀ ਹੋਵੇ ਕਿ ਤੁਹਾਨੂੰ ਸੰਗਠਨ ਦੇ ਵਿੱਚ ਰਾਸ਼ਟਰੀ ਤੌਰ ਤੇ ਉੱਪਰ ਨੈਸ਼ਨਲ ਤੌਰ ਤੇ ਇੱਕ ਕੌਮੀ ਪ੍ਰਧਾਨ ਜਿਹੜਾ ਉਹ ਤੁਹਾਨੂੰ ਅਜਿਹਾ ਚੁਣਨਾ ਚਾਹੀਦਾ ਹੈ ਜਿਹੜਾ ਸਹੀ ਤਰੀਕੇ ਦੇ ਨਾਲ ਜਿਹੜਾ ਸੰਗਠਨ ਨੂੰ ਚਲਾ ਸਕੇ। ਤਾਂ ਸ਼ਾਇਦ ਗਾਂਧੀ ਪਰਿਵਾਰ ਨੂੰ ਆਪਣੇ ਆਪ ਨੂੰ ਲਾਂਭੇ ਕਰਨ ਦੀ ਜਿਹੜੀ ਹੈ ਪ੍ਰਧਾਨਗੀ ਤੋਂ ਜਿਹੜੀ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਉਹ ਚੰਗੀ ਨਹੀਂ ਲੱਗੀ
ਤੇ ਪ੍ਰਸ਼ਾਂਤ ਕਿਸ਼ੋਰ ਨੇ ਵੀ ਕੋਈ ਸਮਝੌਤਾ ਕਰਨਾ ਜ਼ਰੂਰੀ ਨਹੀਂ ਸਮਝਿਆ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਜਵਾਬ ਦੇ ਦਿੱਤਾ। ਪੰਜਾਬ ਦੇ ਵਿੱਚ ਵੀ ਇਹ ਅਜਿਹਾ ਹੀ ਹੋਇਆ ਸੀ ਨਾ, ਜਦੋਂ ਉਹਨਾਂ ਨੇ 30 ਸੀਟਾਂ ਦੇਣ ਦੀ ਕੋਸ਼ਿਸ਼ ਕਿਹਾ ਕਿ ਭਾਈ 30 ਸੀਟਾਂ ਕੱਟ ਦਿਓ ਪੰਜਾਬ ਦੇ ਅੰਦਰ, ਫਿਰ ਜਿਹੜਾ ਤੁਸੀਂ ਜਿੱਤ ਸਕਦੇ ਹੋ। ਤਾਂ ਤੁਹਾਨੂੰ ਚੇਤਾ ਹੋਊਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹਿਤੀ ਸੀ ਕਿ ਭਾਈ ਪ੍ਰਸ਼ਾਂਤ ਕਿਸ਼ੋਰ ਜਿਹੜਾ ਉਹ ਸਾਡਾ ਰਣਨੀਤੀਕਾਰ ਆ, ਪ੍ਰਸ਼ਾਂਤ ਕਿਸ਼ੋਰ ਕੋਲ ਕੋਈ ਅਧਿਕਾਰ ਨਹੀਂ ਕਿ 30 ਟਿਕਟਾਂ ਕਟਵਾਵੇ, ਕਿਸੇ ਨੂੰ ਟਿਕਟ ਦਵਾਵੇ ਜਾਂ ਕਿਸੇ ਦੀ ਟਿਕਟ ਕਟਾਵੇ। ਤਾਂ ਤੁਹਾਨੂੰ ਚੇਤਾ ਹੋਊਗਾ ਫਿਰ ਪ੍ਰਸ਼ਾਂਤ ਕਿਸ਼ੋਰ ਪੂਰਨ ਤਰੀਕੇ ਦੇ ਨਾਲ ਜਿਹੜੇ ਉਹ ਛੱਡ ਗਏ ਸੀਗੇ, ਇੱਥੋਂ ਕੰਮਕਾਜ ਛੱਡ ਕੇ ਵਾਪਸ ਚਲੇ ਗਏ ਸੀ। ਯਾਨੀ ਕਿ ਉਹਦੀ ਕਾਮਯਾਬੀ ਦਾ ਰਾਜ ਵੀ ਇਹੋ ਹੀ ਹੈ ਕਿ ਜੇ ਉਹ ਕੰਮ ਕਰਦਾ ਤਾਂ ਮੈਨੂੰ ਲੱਗਦਾ ਕਿ ਪੂਰੇ ਦਿਲ ਨਾਲ ਕਰਦਾ, ਤੇ ਉਹ ਕਿਤੇ ਵੀ ਸਮਝੌਤਾ ਨਹੀਂ ਕਰਦਾ ਪਾਰਟੀ ਦੇ ਨਾਲ। ਜੇ ਉਹ ਕੰਮ ਫੜਦਾ ਤਾਂ ਆਪਣੇ ਤਰੀਕੇ ਦੇ ਨਾਲ ਕਰਦਾ। ਜੇ ਪੰਜਾਬ ਦੇ ਵਿੱਚ ਕੰਮ ਫੜਿਆ, ਪਿਛਲੀ ਵਾਰ ਆਪਣੇ ਤਰੀਕੇ ਨਾਲ ਕੀਤਾ, ਅਗਲੀ ਵਾਰ ਨਹੀਂ ਕਰ ਦਿੱਤਾ, ਉਹਨੇ ਕੰਮ ਛੱਡ ਦਿੱਤਾ। ਤਾਂ ਇਸ ਵਾਰ ਕਾਂਗਰਸ ਹਾਈ ਕਮਾਨ ਉਹਦੀ ਨਹੀਂ ਮੰਨੀ ਉਹਨੇ ਮੇਰੇ ਖਿਆਲ 'ਚ ਠੁਕਰਾ ਦਿੱਤਾ ਆਫਰ। ਜੀ ਸੁਖਵਿੰਦਰ ਜੀ, ਵੇਖੋ ਪ੍ਰਸ਼ਾਂਤ ਕਿਸ਼ੋਰ ਦੀ ਇਹ ਜਿਹੜੀ ਜਾਣ ਲੱਗਿਆ ਜਿਹੜੀ ਉਹਨੇ ਟਿੱਪਣੀ ਕੀਤੀ ਹੈ, ਜਿਹੜਾ ਟਵੀਟ ਕੀਤਾ ਕਿ ਸੰਗਠਨ 'ਚ ਬਦਲਾਅ ਦੀ ਲੋੜ ਆ, ਲੀਡਰਸ਼ਿਪ ਜਿਹੜੀ ਆ ਉਹ ਬਦਲਣੀ ਚਾਹੀਦੀ ਹੈ। ਸੁਖਵਿੰਦਰ ਜੀ, ਪ੍ਰਸ਼ਾਂਤ ਕਿਸ਼ੋਰ ਵਰਗਾ ਬੰਦਾ ਜਿਹੜਾ ਮੁੱਖ ਚੋਣ ਰਣਨੀਤੀਕਾਰ ਸੀ ਕਹਿ ਸਕਦੇ ਹਾਂ, ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਰਾਜਾਂ 'ਚ ਉਸਦੀ ਅਹਿਮ ਭੂਮਿਕਾ ਰਹੀ ਹੈ, ਤਾਂ ਠੀਕ ਉਸਦਾ ਅੰਦਾਜ਼ਾ ਜਾਂ ਉਸਦੀ ਜਿਹੜੀ ਸੋਚ ਆ ਸ਼ਾਇਦ ਹਾਲਾਤਾਂ ਦਾ ਉਹ ਹਲੇਰਾ ਅਨੁਮਾਨ ਲਾ ਸਕਦਾ, ਪਰ ਇਹੋ ਜਿਹੀ ਜਿਹੜੀ ਸਮਝ ਆ ਸੁਖਵਿੰਦਰ ਜੀ ਉਹ ਤਾਂ ਹਰ ਵਿਅਕਤੀ ਦੀ ਹੈ। ਜੇਕਰ ਰਾਜਾਂ ਦੇ ਵਿੱਚ ਇਸ ਪਾਸੇ ਆਪਾਂ ਨਾ ਜਾਈਏ, ਜ਼ਿਆਦਾ ਲੰਬੀ ਆਪਾਂ ਗੱਲ ਨਾ ਕਰੀਏ, ਕਿਉਂਕਿ ਲੋਕ ਜਿਹੜਾ ਜਾਣਨਾ ਚਾਹੁੰਦੇ ਹੈ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਮੀਟਿੰਗ ਹੋਈ ਹੈ, ਇਹਦੇ ਵਿੱਚੋਂ ਸੰਕੇਤ ਕੀ ਮਿਲਦੇ ਨੇ। ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਜਿਸ ਤਰੀਕੇ ਦੇ ਨਾਲ ਅਲੱਗ ਥਲੱਗ ਪਏ ਹੋਏ ਨੇ ਕਾਂਗਰਸ ਦੇ ਅੰਦਰ, ਕਾਂਗਰਸ ਹਾਈ ਕਮਾਨ ਉਹਨਾਂ ਨੂੰ ਜਿਹੜਾ ਕੋਈ ਬਹੁਤਾ ਭਾਰ ਨਹੀਂ ਦੇ ਰਹੀ, ਉਹਨਾਂ ਨੂੰ ਇੱਕ ਪਾਸੇ ਕਰਕੇ ਰੱਖ ਰਹੀ ਹੈ। ਕਿਉਂਕਿ ਕੱਲ ਵੀ ਆਪਾਂ ਦੇਖਿਆ ਕਿ ਇੱਕ ਚਿੰਤਨ ਸ਼ਿਵਰ ਜਿਹੜਾ ਇਹਨਾਂ ਨੇ ਕਰਾਉਣਾ ਕਿਸਾਨੀ ਨਾਲ ਸੰਬੰਧਿਤ, ਖੇਤੀਬਾੜੀ ਨਾਲ ਸੰਬੰਧਿਤ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੇ ਵਿੱਚ ਸੱਦਾ ਦਿੱਤਾ ਗਿਆ, ਨਾ ਕਿ ਨਵਜੋਤ ਸਿੰਘ ਸਿੱਧੂ ਨੂੰ। ਆਪਾਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕੋਈ ਹੋਰ ਬੰਦਾ ਹੋਵੇ ਜਿਹਨੇ ਪਿਛਲੇ ਦਿਨੀ ਕਿਸਾਨਾਂ ਦੇ ਮੁੱਦੇ ਇੰਨੇ ਸੰਜੀਦਗੀ ਨਾਲ ਜਿਹੜੇ ਚੁੱਕੇ ਹੋਣ, ਪਰ ਨਵਜੋਤ ਸਿੰਘ ਸਿੱਧੂ ਨੂੰ ਥਾਂ ਨਹੀਂ ਦਿੱਤੀ ਗਈ। ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਅਲੱਗ ਥਲੱਗ ਲਗਾਤਾਰ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਨੂੰ ਲਗਾਤਾਰ ਪਾਰਟੀ ਦੇ ਅੰਦਰ ਬੈਕਫੁੱਟ ਤੇ ਕਰ ਰਹੇ ਨੇ। ਜਿਸ ਤਰੀਕੇ ਦੇ ਹਾਲਾਤ ਨਵਜੋਤ ਸਿੰਘ ਸਿੱਧੂ ਦੇ ਬਣੇ ਹੋਏ ਆ ਪਾਰਟੀ ਦੇ ਅੰਦਰ, ਤਾਂ ਦੂਜੇ ਪਾਸੇ ਪਾਰਟੀ ਦੇ ਹਾਲਾਤਾਂ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਦੀ ਜੋ ਸੋਚ ਹੈ, ਦੋਵਾਂ ਦੇ ਆਪਸੀ ਜਿਹੜੀ ਇਹ ਮੀਟਿੰਗ ਹੈ ਇੱਕ ਦੋਸਤੀ ਵਾਲੀ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ ਹੀ ਜਿਹੜੇ ਆ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਏ ਸੀ। ਤਾਂ ਹੁਣ ਜੋ ਹਾਲਾਤ ਨਵਜੋਤ ਸਿੰਘ ਸਿੱਧੂ ਦੇ ਨੇ, ਜੋ ਹਾਲਾਤ ਕਾਂਗਰਸ ਦੇ ਨੇ, ਤੇ ਦੋਵਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪ੍ਰਸ਼ਾਂਤ ਕਿਸ਼ੋਰ। ਲੋਕ ਇਹ ਸੋਚਣਾ ਚਾਹੁੰਦੇ ਨੇ ਕਿ ਇਸ ਮੀਟਿੰਗ ਦਾ ਮਤਲਬ ਕੀ ਹੈ, ਇਸ ਮੀਟਿੰਗ ਦੇ ਸੰਕੇਤ ਕੀ ਨੇ। ਜੀ ਬਿਲਕੁਲ, ਮੈਂ ਇੱਧਰ ਹੀ ਲੱਗਾ ਸਮਝ ਕਿ ਇਹ ਜੋ ਕੁਝ ਤੁਸੀਂ ਬੜੀ ਵਧੀਆ ਸਥਿਤੀ ਜਿਹੜੀ ਨਵਜੋਤ ਸਿੱਧੂ ਦੀ ਜਿਹੜੀ ਬਿਆਨ ਕੀਤੀ ਹੈ, ਔਰ ਕਾਂਗਰਸ ਦੇ ਜਿਹੜੀ ਚਿੰਤਨ ਕੈਂਪ ਆ ਜਿੱਥੇ ਪ੍ਰਤਾਪ ਸਿੰਘ ਬਾਜਵੇ ਨੂੰ ਕਿਸਾਨੀ ਮੁੱਦੇ ਤੇ ਬੋਲਣ ਵਾਸਤੇ ਸੱਦਿਆ, ਉੱਥੇ ਨਾਲ ਸੁਖਜਿੰਦਰ ਸਿੰਘ ਰੰਧਾਵੇ ਨੂੰ ਉਹਨਾਂ ਨੇ ਇੱਕ ਮੈਂਬਰ ਸ਼ਾਮਲ ਕੀਤਾ। ਪਰ ਉਹ ਨਵਜੋਤ ਸਿੰਘ ਸਿੱਧੂ ਜਿਹੜਾ ਬੀਤੇ ਦੌਰ ਦੇ ਵਿੱਚ ਸਰਕਾਰ ਬਣੀ ਨੂੰ ਜੇ 1 ਮਹੀਨਾ ਔਰ ਸਰਕਾਰ ਤੋਂ ਵੱਖ-ਵੱਖ ਮੁੱਦਿਆਂ ਤੇ ਘੇਰਦਾ ਪਿਆ, ਨਵਜੋਤ ਸਿੱਧੂ ਨੂੰ ਸ਼ਾਇਦ ਉਹਨਾਂ ਮੀਟਿੰਗ ਉਹਨਾਂ ਨੇ ਨਹੀਂ ਦਿੱਤਾ, ਔਰ ਇੱਕ ਕਿਸਮ ਦਾ ਅਲੱਗ ਜਿਹੜਾ ਕਰ ਦਿੱਤਾ। ਪ੍ਰਸ਼ਨ ਤੁਹਾਡਾ ਹੈ ਕਿ ਇਸ ਮੀਟਿੰਗ ਦੇ ਵਿੱਚ ਹੁਣ ਪ੍ਰਸ਼ਾਂਤ ਕਿਸ਼ੋਰ ਔਰ ਨਵਜੋਤ ਸਿੱਧੂ ਦੀ ਜਿਹੜੀ ਇਹ ਫੋਟੋ ਆ ਜਾਂ ਟਵੀਟ ਆ ਜਾਂ ਮੀਟਿੰਗ ਤੇ ਇਹ ਤੋਂ ਕੀ ਸੰਕੇਤ ਮਿਲਦੇ ਨੇ। ਸੁਖਵਿੰਦਰ ਜੀ, ਇਹਦੇ ਤੋਂ ਸਾਫ਼ ਸੰਕੇਤ ਤੇ ਹੁਣ ਇਹ ਮਿਲਦੇ ਨੇ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਹੁਣ ਜ਼ਿਆਦਾ ਸਮਾਂ ਕਾਂਗਰਸ ਪਾਰਟੀ ਵਿੱਚ ਨਹੀਂ ਰਹਿਣਗੇ। ਉਹਨਾਂ ਦਾ ਸਿਆਸੀ ਭਵਿੱਖ ਜਿਹੜਾ ਉਹ ਜ਼ਰੂਰ ਜਿਹੜਾ ਆਪਣੇ ਪ੍ਰਸ਼ਾਂਤ ਕਿਸ਼ੋਰ ਨਿਰਧਾਰਿਤ ਕਰ ਸਕਦੇ ਆ। ਉਹ ਸਲਾਹ ਜਿਹੜੀ, ਕਿਉਂਕਿ ਵੇਖੋ ਚੋਣ ਰਣਨੀਤੀਕਾਰ ਬਕੌਰ ਉਸਨੇ ਸਾਰਾ ਕੁਝ ਹਾਲਾਤਾਂ ਨੂੰ ਜਾਇਜ਼ਾ ਹਰ ਪਾਰਟੀ ਦੇ ਕਰੀਬ ਤੋਂ ਵੇਖਿਆ, ਤਾਂ ਉਸ ਨੂੰ ਇਸ ਵੇਲੇ ਨਵਜੋਤ ਸਿੱਧੂ ਦੀ ਉਸ ਹਾਲਤ ਦਾ ਵੀ ਪਤਾ ਲੱਗ ਚੁੱਕਾ ਜੋ ਕਾਂਗਰਸ ਪਾਰਟੀ ਵਿੱਚ ਨਵਜੋਤ ਸਿੱਧੂ ਦੀ ਅੱਜ ਦੀ ਤਰੀਕੇ ਸਥਿਤੀ ਹੈ। ਕਾਂਗਰਸ ਪਾਰਟੀ ਜਾਣ ਬੁੱਝ ਕੇ ਜਿਸ ਤਰੀਕੇ ਨਾਲ ਅਸੀਂ ਕਹਿੰਦੇ ਹਾਂ ਕਿ ਨਵਜੋਤ ਸਿੱਧੂ ਨੂੰ ਅਲੱਗ ਥਲੱਗ ਕਰ ਰਹੀ ਹੈ, ਜਿਸ ਤਰੀਕੇ ਨਾਲ ਇਹ ਨਹੀਂ ਕਹਿ ਸਕਦੇ ਕਿ ਬੇਸ ਕਰਕੇ ਉਹ ਘਰ ਬਾਠਾ ਬੰਦਾ ਯਤਨ ਜਿਹੜਾ ਕਾਂਗਰਸ ਹਾਈ ਕਮਾਨ ਨੂੰ ਜਾਂ ਲੋਕਲ ਕਾਂਗਰਸ ਕਮੇਟੀ ਨੂੰ ਜਿਹੜਾ ਕੀਤਾ ਜਾ ਰਿਹਾ, ਪਰ ਜੇਕਰ ਅੱਜ ਦੀ ਤਰੀਕ 'ਚ ਨਵਜੋਤ ਸਿੱਧੂ ਤੁਰ ਰਿਹਾ ਤਾਂ ਸ਼ਾਇਦ ਇਸੇ ਕਰਕੇ ਤੁਰਦਾ ਪਿਆ ਕਿ ਉਹ ਨਵਜੋਤ ਸਿੱਧੂ ਆ। ਨਹੀਂ ਤਾਂ ਬਾਕੀ ਬੜੀ ਬੜੀ ਗੱਲਾਂ ਕੀਤੀਆਂ ਨੇ ਕਿ ਜਿਹੜੇ ਪ੍ਰਧਾਨ ਬਣਦੇ ਨੇ ਤਾਂ ਪ੍ਰਧਾਨਾਂ ਨੂੰ ਫਿਰ ਇਸ ਤਰੀਕੇ ਨਾਲ ਕਾਂਗਰਸ ਹਾਈ ਕਮਾਨ ਰੋਲ ਕੇ ਰੱਖ ਦਿੰਦੀ ਹੈ ਕਿ ਨਾ ਉਹ ਗਾਂਹ ਜੋਗੇ ਦਿੰਦੇ ਨਾ ਪਛਾਣ ਜੋਗੇ ਦਿੰਦੇ ਨੇ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਹੁਣ ਪ੍ਰਸ਼ਾਂਤ ਕਿਸ਼ੋਰ ਦਾ ਉਸਨੂੰ ਸਾਥ ਮਿਲ ਰਿਹਾ ਔਰ ਦੋਵਾਂ ਦੇ ਟਵੀਟ ਜਿਹੜੇ ਨੇ ਦੋਸਤੀ ਪੁਰਾਣੀ ਦੋਸਤੀ ਨੂੰ ਲੈ ਕੇ ਜਿਹੜੀ ਉਹਨਾਂ ਨੇ ਤੁਲਨਾ ਸੋਹਣੇ ਔਰ ਵਾਇਦੇ ਨਾਲ ਕੀਤੀ ਹੈ, ਉਹ ਬਾਖਮਾਲ ਆ। ਤੇ ਕੁਦਰਤੀ ਤੌਰ ਤੇ ਇਸ ਤੋਂ ਸਾਫ਼ ਸੰਕੇਤ ਇਹ ਮਿਲਦਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਜਲਦ ਤੋਂ ਜਲਦ ਉਹ ਛੱਡ ਦੇਣਗੇ ਤੇ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਤੇ
ਜਿਸ ਤਰੀਕੇ ਨਾਲ ਬੀਤੇ ਦੌਰ 'ਚ ਉਸ ਦੀਆਂ ਮੀਟਿੰਗਾਂ ਮਾਫ ਕਰਨਾ ਜਿਹੜੀ ਅਸੀਂ ਗੱਲਬਾਤ ਪ੍ਰਸ਼ਾਂਤ ਕਿਸ਼ੋਰ ਦੀ ਸੁਣਦੇ ਰਹੇ ਜਿਹਦੇ ਵਿੱਚ ਉਹ ਬੀਜੇਪੀ ਨੂੰ ਵੀ ਕਹਿੰਦੇ ਨੇ ਕਿ ਅਗਲੇ 20 ਸਾਲ ਘੱਟ ਤੋਂ ਘੱਟ ਬੀਜੇਪੀ ਕੇਂਦਰ ਦੇ ਵਿੱਚ ਜਿਹੜੀ ਹੈ ਉਹ ਰਹੇਗੀ। ਬੇਸ਼ੱਕ ਮੋਦੀ ਨੂੰ ਬਦਲਿਆ ਜਾ ਸਕਦਾ ਪਰ ਜਿਹੜਾ ਸੱਤਾ ਪਰਿਵਰਤਨ ਜਾਂ ਮਾਫ ਕਰਨਾ ਸੱਤਾ ਦੇ ਵਿੱਚੋਂ ਬੀਜੇਪੀ ਨੂੰ ਉਸੇ ਤਰੀਕੇ ਨਾਲ ਮਾਈਨਸ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਪਿਛਲੇ 40 ਸਾਲ ਕਾਂਗਰਸ ਨੂੰ ਮੰਨਫੀ ਨਹੀਂ ਕੀਤਾ ਗਿਆ। ਤਾਂ ਇਸ ਤੋਂ ਸਾਫ਼ ਸੰਕੇਤ ਮਿਲਦੇ ਨੇ ਕਿ ਬੜੀ ਅਹਿਮ ਕਹੀ ਉਹਨਾਂ ਨੇ ਕਿ ਕਾਂਗਰਸ ਜਿਹੜੀ ਆ ਕਹਿੰਦੇ ਰਾਹੁਲ ਗਾਂਧੀ ਜਿਹੜੇ ਆ ਉਹ ਮਿਹਨਤ ਕਰਨ ਤੋਂ ਕਤਰਾ ਰਹੇ ਨੇ ਤੇ ਸਿੱਧੇ ਤੌਰ ਤੇ ਇਹੀ ਗੱਲ ਸੋਚ ਰਹੇ ਨੇ ਕਿ ਲੋਕਾਂ ਦੇ ਅੰਦਰ ਮੋਦੀ ਪ੍ਰਤੀ ਬੀਜੇਪੀ ਪ੍ਰਤੀ ਗੁੱਸਾ ਹੈ ਤੇ ਉਹ ਜਿਹੜੇ ਉਹ ਆਪਣੇ ਆਪ ਬਦਲ ਦੇਣਗੇ। ਯਾਨੀ ਕਿ ਕਾਂਗਰਸ ਨੂੰ ਕੁਝ ਨਾ ਕਰਨਾ ਪਵੇ, ਰਾਹੁਲ ਗਾਂਧੀ ਨੂੰ ਕਹਿੰਦੇ ਉਹ ਸੋਚਦੇ ਆ ਕਿ ਸਾਨੂੰ ਕੁਝ ਨਾ ਕਰਨਾ ਪਵੇ ਤੇ ਲੋਕ ਕਹਿੰਦੇ ਆਪਣੇ ਆਪ ਬਦਲ ਦੇਣਗੇ। ਕਹਿੰਦੇ ਇਹ ਜਾਲ ਦੇ ਵਿੱਚ ਆਉਣ ਦੀ ਲੋੜ ਨਹੀਂ, ਇਸ ਭਰਮ ਦੇ ਵਿੱਚ ਰਹਿਣ ਦੀ ਲੋੜ ਨਹੀਂ ਕਿ ਲੋਕ ਜਿਹੜੇ ਆ ਬੀਜੇਪੀ ਦੇ ਪ੍ਰਤੀ ਗੁੱਸਾ ਨੇ ਤੇ ਉਹ ਜਿਹੜਾ ਆਪਣੇ ਆਪ ਜਿਹੜਾ ਬੀਜੇਪੀ ਨੂੰ ਬਦਲ ਦੇਣਗੇ। ਤਾਂ ਉਹਨਾਂ ਨੇ ਇਸ ਗੱਲ ਤੇ ਇਹ ਗੱਲ ਕਹੀ ਹੈ ਕਿ ਬੀਜੇਪੀ ਅਗਲੇ ਕਈ ਦਸ਼ਕਾਂ ਤੱਕ ਜਾਣ ਵਾਲੀ ਨਹੀਂ। ਠੀਕ ਹੈ, ਮੋਦੀ ਪ੍ਰਤੀ ਗੁੱਸਾ ਹੋ ਸਕਦਾ ਪਰ ਬੀਜੇਪੀ ਪ੍ਰਤੀ ਨਹੀਂ। ਪਰ ਦੂਜੇ ਪਾਸੇ ਰਾਹੁਲ ਗਾਂਧੀ ਨੂੰ ਵੀ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਜੋ ਤੁਹਾਡੀ ਪਾਰਟੀ ਦੇ ਇਸ ਵਕਤ ਹਾਲਾਤ ਨੇ, ਜੋ ਤੁਹਾਡੀ ਪਾਰਟੀ ਪ੍ਰਤੀ ਲੋਕ ਸੋਚਦੇ ਨੇ, ਉਹ ਤਾਂ ਤੁਹਾਨੂੰ ਆਪੋਜੀਸ਼ਨ ਦੇ ਵਿੱਚ ਵੀ ਮੇਰੇ ਖਿਆਲ ਤੇ ਹੁਣ ਬਹੁਤਾ ਦੇਰ ਨਹੀਂ ਮੰਨਣਗੇ। ਜੋ ਹਾਲਾਤ ਤੁਹਾਡੇ ਸਿਰਫ 2 ਸਟੇਟਾਂ ਦੇ ਵਿੱਚ ਹੀ ਰਹਿ ਗਏ ਨੇ, ਵੱਡੀਆਂ ਸਟੇਟਾਂ ਦੇ ਵਿੱਚ 1 ਜਾਂ 2 ਸੀਟਾਂ ਤੁਹਾਨੂੰ ਆਈਆਂ ਨੇ, ਜੋ ਹਾਲਾਤ ਤੁਹਾਡੇ ਨੇ ਮੈਨੂੰ ਲੱਗਦਾ ਲੋਕਾਂ ਨੇ ਕਾਂਗਰਸ ਨੂੰ ਭੁੱਲ ਹੀ ਜਾਣਾ। ਤੇ ਜੇ ਰਾਹੁਲ ਗਾਂਧੀ ਇਹ ਸੋਚ ਰਹੇ ਨੇ ਕਿ ਬੀਜੇਪੀ ਪ੍ਰਤੀ ਲੋਕਾਂ ਦਾ ਗੁੱਸਾ ਤੇ ਪਿਆਰ ਕਾਂਗਰਸ ਦੇ ਪ੍ਰਤੀ ਵੀ ਨਹੀਂ ਲੱਗ ਰਿਹਾ ਆਂਟੀ ਸਾਹਿਬ, ਤੇ ਉਸ ਨੂੰ ਉਹਨਾਂ ਨੇ ਬਿਆਨ ਕੀਤਾ ਕਿ ਭਾਈ ਠੀਕ ਹੈ ਮੋਦੀ ਪ੍ਰਤੀ ਗੁੱਸਾ ਹੋ ਸਕਦੇ ਆ ਪਰ ਬੀਜੇਪੀ ਪ੍ਰਤੀ ਨਹੀਂ। ਉਹਦਾ ਨਾਲ ਇੱਕ ਕਾਰਨ ਇਹ ਉਹਨਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਜਿਹੜੇ ਆ ਉਹ ਮਿਹਨਤ ਕਰਨ ਤੋਂ ਕਤਰਾ ਰਹੇ ਨੇ। ਉਹ ਸਿਰਫ ਲੋਕਾਂ ਦੇ ਬਲਬੂਤੇ ਕਿ ਬਸ ਲੋਕਾਂ ਦੇ ਅੰਦਰ ਗੁੱਸਾ ਹੈਗਾ ਇਸੇ ਦੇ ਕਰਕੇ ਜਿਹੜੇ ਉਹਨਾਂ ਨੂੰ ਸੱਤਾ ਦੇ ਵਿੱਚੋਂ ਹਟਾ ਦੇਣਗੇ। ਉਹ ਭਰਮ ਭੁਲੇਖਾ ਰਾਹੁਲ ਗਾਂਧੀ ਦਾ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਜੀ ਸੁਖਿੰਦਰ ਜੀ, ਇੱਕ ਇੰਗਲਿਸ਼ ਦੇ ਟਰਮ ਅਸੀਂ ਵਰਤਦੇ ਹਾਂ ਫੂਲਸ ਪੈਰਾਡਾਈਜ਼, ਪੰਜਾਬੀ 'ਚ ਮੂਰਖਾਂ ਦਾ ਸਵਰਗ। ਤਾਂ ਜਿਹੜੀ ਰਾਹੁਲ ਗਾਂਧੀ ਦੀ ਸਥਿਤੀ ਹੈ ਬੀਤੇ ਲੰਮੇ ਦੌਰ ਤੋਂ ਉਸ ਫੂਲਸ ਪੈਰਾਡਾਈਜ਼ ਦੇ ਇੱਕ ਵਸੀ ਵਾਲੀ ਹੈ ਜਾਂ ਵਸਨੀਕ ਵਾਲੀ ਜਿਹੜਾ ਉਹਦੇ 'ਚ ਰਹਿ ਰਿਹਾ। ਜਿਹੜੀ ਜਿਸ ਤਰੀਕੇ ਨਾਲ ਪ੍ਰਸ਼ਾਂਤ ਕਿਸ਼ੋਰ ਨੇ ਸਥਿਤੀ ਬਿਆਨ ਕੀਤੀ ਤੇ ਸੌਖੇ ਸ਼ਬਦਾਂ 'ਚ ਜਿਹੜੀ ਤੁਸੀਂ ਸਥਿਤੀ ਬਿਆਨ ਕੀਤੀ ਕਿ ਲੋਕ ਬਦਲ ਦੇਣਗੇ। ਦੇਖੋ ਜੇਕਰ ਤੁਸੀਂ ਵਾਕਿਆ ਹੀ ਵੱਖ-ਵੱਖ ਰਾਜਾਂ 'ਚ ਜਾਓ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਕਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਨਰਮ ਜਿਹੜੇ ਰੱਖਦੇ ਨੇ। ਇੰਨੀ ਮਹਿੰਗਾਈ ਆ, ਇੰਨਾ ਕੁਝ ਹੋ ਰਿਹਾ, ਪੈਟਰੋਲ ਦੀਆਂ ਕੀਮਤਾਂ ਨਿਤਵਾਦੀ ਹੋਈਆਂ, ਗੈਸ ਦੀਆਂ ਕੀਮਤਾਂ ਵੱਧਦੀਆਂ ਪਈਆਂ, ਪਰ ਇਸ ਸਭ ਦੇ ਬਾਵਜੂਦ ਲੋਕੀ ਅੱਜ ਦੀ ਤਰੀਕ ਦੇ ਵਿੱਚ ਵੀ ਮੋਦੀ ਦੇ ਪ੍ਰਤੀ ਇੱਕ ਜਿਹੜਾ ਉਹ ਸੁਰ ਜਿਹੜੀ ਆ ਉਹ ਰੱਖਦੇ ਨੇ ਕਿ ਹਾਂ ਭਾਈ ਇਹ ਮੈਟਰ ਬਣਦਾ। ਬਿਲਕੁਲ ਠੀਕ ਹੈ ਸਾਹਿਬ, ਬਿਲਕੁਲ ਕਾਂਗਰਸ ਕੁਝ ਨਹੀਂ ਕਰ ਰਹੀ। ਜੇ ਕੁਝ ਲੋਕਾਂ ਨੇ ਇਹ ਨਹੀਂ ਕੋਈ ਮੋਦੀ ਨੂੰ ਬਦਨਾਮ ਕਰਨ ਦੇ ਵਿੱਚ ਜਾਂ ਓਪੋਜੀਸ਼ਨ ਵਾਲਾ ਰੋਲ ਹੀ ਰਾਹੁਲ ਗਾਂਧੀ ਨੇ, ਓਪੋਜੀਸ਼ਨ ਵਾਲਾ ਰੋਲ ਹੀ ਕਾਂਗਰਸ ਨੇ ਉਸ ਤਰੀਕੇ ਨਾਲ ਨਿਭਾਇਆ ਨਹੀਂ। ਪਰ ਉਹ ਫਿਰ ਆਪਣੇ ਵਿਸ਼ੇ ਤੇ ਪਿੱਛੇ ਮੁੜ ਕੇ ਆਉਂਗਾ। ਜਿਵੇਂ ਤੁਸੀਂ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਬਹੁਤੀ ਦੇਰ ਕਾਂਗਰਸ ਵਿੱਚ ਰਹਿਣਗੇ ਨਹੀਂ, ਪਰ ਅਣਖ ਸਾਹਿਬ ਆਪਾਂ ਤੁਹਾਨੂੰ ਚੇਤਾ ਹੋਊਗਾ ਮੈਂ ਤੁਹਾਡੇ ਨਾਲ ਵੀ ਪ੍ਰੋਗਰਾਮ ਕੀਤਾ, ਡਾਕਟਰ ਕੁਲਦੀਪ ਜੀ ਨਾਲ ਵੀ ਪ੍ਰੋਗਰਾਮ ਕੀਤਾ। ਹਾਲਾਤ ਇਹੋ ਜਿਹੇ ਨੇ ਕਿ ਮੈਨੂੰ ਲੱਗਦਾ ਕਿ ਨਵਜੋਤ ਖੁਦ ਕਾਂਗਰਸ ਨਹੀਂ ਛੱਡਣਗੇ। ਨਵਜੋਤ ਜੋ ਮੁੱਦਿਆਂ ਦੀ ਸਿਆਸਤ ਕਰ ਰਹੇ ਨੇ, ਬੇਸ਼ੱਕ ਉਹ ਆਪਣੇ ਧੜੇ ਨੂੰ ਲੈ ਕੇ ਕਰ ਰਹੇ ਹੋਣ, ਬੇਸ਼ੱਕ ਉਹ ਵਿਰੋਧੀ ਧਿਰ ਤੋਂ ਬਿਨਾਂ ਕਰ ਰਹੇ ਹੋਣ, ਵਿਰੋਧੀ ਧਿਰ ਦੇ ਨੇਤਾ ਤੋਂ ਬਿਨਾਂ, ਬੇਸ਼ੱਕ ਉਹ ਰਾਜਾ ਵੜਿੰਗ ਪ੍ਰਧਾਨ ਤੋਂ ਬਿਨਾਂ ਕਰ ਰਹੇ ਹੋਣ ਮੁੱਦਿਆਂ ਦੀ ਸਿਆਸਤ। ਇਸੇ ਕਰਕੇ ਹੀ ਮੁੱਦਿਆਂ ਦੀ ਸਿਆਸਤ ਨੂੰ ਲੈ ਕੇ ਜੋ ਨਵਜੋਤ ਸਿੰਘ ਸਿੱਧੂ ਸਿਆਸਤ ਕਰ ਰਹੇ ਨੇ, ਲੋਕਾਂ ਦੇ ਵਿੱਚ ਜੋ ਉਹਨਾਂ ਦਾ ਆਧਾਰ ਬਣ ਰਿਹਾ ਹੈ, ਮੈਨੂੰ ਲੱਗਦਾ ਕਿ ਵਿਰੋਧੀ ਧਿਰ ਦੇ ਲੀਡਰ ਨੂੰ, ਪ੍ਰਧਾਨ ਰਾਜਾ ਵੜਿੰਗ ਨੂੰ ਤੇ ਹਾਈ ਕਮਾਨ ਨੂੰ, ਸੋ ਕਾਲਡ ਹਾਈ ਕਮਾਨ ਨੂੰ ਜਿਹੜਾ ਹੈਗਾ ਇਹ ਚੀਜ਼ ਹਜਮ ਨਹੀਂ ਜਿਹੜੀ ਹੋ ਰਹੀ, ਜਿਹਦੇ ਕਰਕੇ ਉਹ ਬੜੇ ਔਖੇ ਨੇ ਨਵਜੋਤ ਸਿੰਘ ਸਿੱਧੂ ਤੋਂ। ਤੇ ਜੇ ਨਵਜੋਤ ਸਿੰਘ ਸਿੱਧੂ ਬਿਨਾਂ ਕਾਂਗਰਸ ਨੂੰ ਭੰਡੇ, ਬਿਨਾਂ ਕਾਂਗਰਸ ਦੇ ਲੀਡਰਾਂ ਤੇ ਨਿਸ਼ਾਨੇ ਸਾਧੇ, ਮੁੱਦਿਆਂ ਦੀ ਸਿਆਸਤ ਇਸੇ ਤਰੀਕੇ ਨਾਲ ਹੀ ਕਰਦੇ ਰਹੇ, ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਛੱਡਣ ਦੀ ਲੋੜ ਨਹੀਂ ਪੈਣੀ ਤੇ ਖੁਦ ਹੀ ਕਾਂਗਰਸ ਨੇ ਕੋਈ ਨਾ ਕੋਈ ਫੈਸਲਾ ਲੈ ਲੈਣਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ। ਅਸੀਂ ਇਹ 2 ਪ੍ਰੋਗਰਾਮਾਂ 'ਚ ਅੱਗੇ ਵੀ ਗੱਲ ਕੀਤੀ ਕਿ ਜਿਹੜੀਆਂ ਸਥਿਤੀਆਂ ਇਹ ਬਣਦੀਆਂ ਪਈਆਂ ਜਿਸ ਤਰੀਕੇ ਨਾਲ ਲੋਕ ਸਵਾਰਥ ਹੁੰਦੇ ਕਿ ਭਈ ਨਵਜੋਤ ਸਿੱਧੂ ਨੂੰ ਇਹ ਕਾਰਵਾਈ ਇਹ ਗਤੀਵਿਧੀਆਂ ਕਰਨ ਦੀ ਕੀ ਲੋੜ ਹੈ ਕਿ ਨਾ ਤਾਂ ਉਹ ਵਿਰੋਧੀ ਧਿਰ 'ਚ ਨੇ ਤਾਂ ਨਾ ਹੀ ਉਹ ਕੋਈ ਵਿਧਾਨਕ ਸੰਵਿਧਾਨਕ ਅਹੁਦਾ ਹੈਗਾ। ਤਾਂ ਅਸੀਂ ਅਕਸਰ ਇਹ ਜਵਾਬ ਦਿੰਦੇ ਹਾਂ ਕਿ ਇਸ ਵਕਤ ਜੇ ਉਹਦੇ ਪ੍ਰਤੀ 2 ਐਂਗਲ ਦੇ ਆਧਾਰ ਤੇ ਲੋਕ ਸੋਚਦੇ ਨੇ। ਇੱਕ ਤੇ ਇਹ ਹੈ ਕਿ ਹਾਂ ਭਈ ਉਹ ਆਪਣਾ ਧੜਾ ਜਾਂ ਇਸ ਤਰੀਕੇ ਦਾ ਦਬਾਅ ਕਾਂਗਰਸ ਹਾਈਕਮਾਨ ਤੇ ਬਣਾਉਣਾ ਚਾਹੁੰਦਾ ਕਿ ਕਾਂਗਰਸ ਹਾਈਕਮਾਨ ਜਿਹੜੀ ਹੈ ਸੋ ਕਾਲਡ ਹਾਈਕਮਾਨ ਆਪਣੇ ਲਏ ਗਏ ਫੈਸਲਿਆਂ ਨੂੰ ਬਦਲ ਕੇ ਨਵਜੋਤ ਸਿੱਧੂ ਨੂੰ ਫਿਰ ਉਸੇ ਤਰੀਕੇ ਨਾਲ ਕਰੇ, ਜੋ ਕਿ ਸੰਭਵ ਲੱਗਦਾ ਨਹੀਂ। ਦੂਜਾ ਇਹ ਹੈਗਾ ਕਿ ਨਵਜੋਤ ਸਿੱਧੂ ਪਾਸੇ ਜਿਹੜੀ ਆਪਾਂ ਮੁਲਾਕਾਤ ਦੀ ਅੰਕਿਤ ਸਾਹਿਬ ਗੱਲ ਕਰ ਰਹੇ ਹਾਂ, ਪ੍ਰਸ਼ਾਂਤ ਕਿਸ਼ੋਰ ਵਾਲੀ ਮੁਲਾਕਾਤ ਦੀ, ਪ੍ਰਸ਼ਾਂਤ ਕਿਸ਼ੋਰ ਨੇ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਸਾਫ਼ ਕਰ ਦਿੱਤਾ ਹੈ ਕਾਂਗਰਸ ਸਾਫ਼ ਹੋਏਗੀ ਫਿਰ ਮੈਨੂੰ ਲੱਗ ਰਿਹਾ ਕਿ 2024 ਦੇ ਵਿੱਚ। ਤੇ ਜਿਹੜੀ ਡੁੱਬਦੀ ਕਿਸ਼ਤੀ ਹੋਵੇ ਉਹਦੇ ਵਿੱਚ ਲੋਕ ਫਿਰ ਖੜਨਗੇ ਕਿਉਂ?
ਬਿਲਕੁਲ ਬਿਲਕੁਲ ਦੁੱਧੀ ਮੇਰੀ ਚ ਮੈਂ ਤਾਂ ਬਿਲਕੁਲ ਮੈਂ ਉਹ ਗੱਲ ਕਰ ਰਿਹਾ ਕਿ ਜਿਹੜੀ ਮੈਂ ਪਹਿਲਾਂ ਤੁਹਾਡੀ ਉਸ ਗੱਲ ਦਾ ਜਵਾਬ ਦਿੰਦਾ ਜਿਹੜੀ ਤੁਸੀਂ ਗੱਲ ਕੀਤੀ ਕਿ ਵਾਕਿਆ ਹੀ ਕਾਂਗਰਸ ਹਾਈ ਕਮਾਨ ਹੀ ਇਹੋ ਜਿਹੀਆਂ ਸਥਿਤੀਆਂ ਪੈਦਾ ਕਰਕੇ ਨਵਜੋਤ ਸਿੱਧੂ ਨੂੰ ਕਹਦੇ ਕਿ ਤੁਸੀਂ ਪਾਰਟੀ ਤੋਂ ਸਾਈਡ ਹੋ ਜੇ ਤੇ ਨਵਜੋਤ ਸਿੱਧੂ ਨੂੰ ਇਹ ਗੱਲ ਕਹਿਣ ਦਾ ਮੌਕਾ ਮਿਲ ਜੇ ਕਿ ਦੇਖੋ ਮੈਂ ਕਾਂਗਰਸ ਨੂੰ ਨਹੀਂ ਛੱਡਿਆ, ਮੈਂ ਕਾਂਗਰਸ ਨੂੰ ਛੱਡਿਆ, ਮੈਂ ਮੁੱਦਿਆਂ ਦੀ ਸਿਆਸਤ ਕਰਦਾ ਸਾਂ, ਹਮੇਸ਼ਾ ਉਹ ਮੁੱਦੇ ਠਾਏ ਜਿਹੜੇ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਨੇ। ਤੇ ਜਦੋਂ ਨਵਜੋਤ ਸਿੱਧੂ ਉਹਨਾਂ ਮੁੱਦਿਆਂ ਦੀ ਗੱਲ ਕਰੂਗਾ ਤੇ ਕਾਂਗਰਸ ਹਾਈ ਕਮਾਨ ਤੇ ਇਹ ਗੱਲ ਸੁੱਟੇਗਾ ਕਿ ਮੈਂ ਵੇਖੋ ਮੇਰੀਆਂ ਗਤੀਵਿਧੀਆਂ ਉਹ ਗਤੀਵਿਧੀਆਂ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਨਹੀਂ ਸਨ, ਪਰ ਇਹਦੇ ਬਾਵਜੂਦ ਕਿਉਂਕਿ ਇਹਨਾਂ ਉਹ ਗੱਲਾਂ ਪਸੰਦ ਨਹੀਂ ਆਈਆਂ ਤੇ ਮੈਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਇਹ ਗੱਲ ਜਿਹੜੀ ਹੈ ਜ਼ਿਆਦਾ ਠੀਕ ਲੱਗਦੀ ਹੈ। ਪਰ ਸੁਖਵਿੰਦਰ ਜੀ ਇਹਦੇ ਨਾਲ ਇੱਕ ਪ੍ਰਸ਼ਨ ਹੋਰ ਨਾਲ ਜਨਮ ਜਿਹੜਾ ਲੈਂਦਾ, ਸ਼ਾਇਦ ਮੇਰੀ ਗੱਲ ਕਿਸੇ ਦੂਸਰੇ ਬੰਨੇ ਚਲੀ ਜਾਏ ਪਰ ਉਹ ਗੱਲ ਡਿਸਕਸ ਜ਼ਰੂਰ ਪਾਉਂਦੀ ਹੈ। ਦੇਖੋ ਕੱਲ ਸੁਨੀਲ ਜਾਖੜ ਦਾ ਜਿਹੜਾ ਮਾਮਲਾ ਸੀ ਉਹ ਅਨੁਸ਼ਾਸਨੀ ਕਮੇਟੀ ਚ ਗਿਆ, ਅਨੁਸ਼ਾਸਨੀ ਕਮੇਟੀ ਚ ਗਿਆ ਤਾਂ ਅਨੁਸ਼ਾਸਨੀ ਕਮੇਟੀ ਨੇ ਉਸ ਨੂੰ 2 ਸਾਲ ਵਾਸਤੇ ਪਾਰਟੀ ਚੋਂ ਸਸਪੈਂਡ ਕਰਨ ਦੀ ਗੱਲ ਕੀਤੀ। ਪਰ ਸੋਨੀਆ ਗਾਂਧੀ ਦੀ ਇੰਨੀ ਹਿੰਮਤ ਹੀ ਨਹੀਂ ਪਈ ਕਿ ਉਸ ਨੂੰ ਸਸਪੈਂਡ ਕੀਤਾ ਜਾਵੇ। ਉਹਦੇ ਕੋਲ ਕੋਈ ਵੀ ਅਹੁਦਾ ਨਹੀਂ, ਨਵਜੋਤ ਆਪਣੇ ਮਾਫ ਕਰਨਾ ਸੁਨੀਲ ਜਾਖੜ ਕੋਲ ਕੋਈ ਅਹੁਦਾ ਨਹੀਂ, ਬਾਕੀ ਫਿਰ ਵੀ ਨਾ ਉਹਦੇ ਹੋਣ ਦੇ ਬਾਵਜੂਦ ਉਹ ਸਾਰੇ ਅਹੁਦੇ ਜਿਹੜੇ ਵਾਪਸ ਲੈ ਲਏ ਗਏ। ਗੱਲ ਕਹਿ ਰਹੇ ਆ ਕਿ ਗੁੱਡ ਲੱਕ ਜੇ ਤੁਸੀਂ ਮੇਰੇ ਤੇ ਕਾਰਵਾਈ ਕਰਨੀ ਹੈ ਤਾਂ ਕਰ ਲਓ, ਕਰ ਦੋ। ਦੇਖੋ ਇਸ ਦਾ ਮਤਲਬ ਕਿ ਅੰਦਰੋਂ ਅੰਦਰੀ ਕਾਂਗਰਸ ਹਾਈ ਕਮਾਨ ਵੀ ਸੁਖਵਿੰਦਰ ਜੀ ਇੰਨੀ ਕੰਬੀ ਹੋਈ ਆ ਕਿ ਜਿਹੜੀ ਸੁਨੀਲ ਜਾਖੜ ਵਰਗੇ ਨੇਤਾ ਦੇ ਸੰਬੰਧੀ ਕੋਈ ਫੈਸਲਾ ਨਹੀਂ ਲੈ ਸਕੀ। ਤੁਹਾਡਾ ਕੀ ਖਿਆਲ ਹੈ ਕਿ ਨਵਜੋਤ ਸਿੱਧੂ ਵਰਗੇ ਸੈਲੀਬ੍ਰਿਟੀ ਦੇ ਖਿਲਾਫ ਜਿਹੜਾ ਬੰਦਾ ਇੱਕ ਪਰੇਸ਼ਾਨ ਬਣ ਚੁੱਕਾ, ਕੀ ਕਾਂਗਰਸ ਹਾਈ ਕਮਾਨ ਇੰਨੇ ਸੌਖੇ ਤਰੀਕੇ ਨਾਲ ਜਵਾਬ ਉਹਨੂੰ ਦੇ ਸਕਦੀ ਹੈ? ਇਹ ਵੀ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਹੈ ਨਾ, ਜਿਸ ਤਰ੍ਹਾਂ ਸੱਪ ਦੇ ਮੂੰਹ 'ਚ ਕੋਟ ਕਿੱਲੀ ਵਾਲੀ ਹੁੰਦੀ ਹੈ, ਜੇ ਉਹ ਸੱਪ ਖਾ ਜਾਵੇ ਤਾਂ ਜ਼ਹਿਰੀ, ਜੇ ਛੱਡ ਦੇਵੇ ਤਾਂ ਦੋਸ਼ੀ। ਸੋ ਇਹ ਸਥਿਤੀ ਜਿਹੜੀ ਕਾਂਗਰਸ ਹਾਈ ਕਮਾਨ ਦੇ ਨਵਜੋਤ ਸਿੱਧੂ ਦੇ ਪ੍ਰਸੰਗ ਦੇ ਵਿੱਚ ਹੈਗੀ ਆ। ਉਹ ਲੱਖ ਚਾਹੁਣ ਮਤਲਬ ਕਾਂਗਰਸ ਹਾਈ ਕਮਾਨ ਕੀ ਨਵਜੋਤ ਸਿੱਧੂ ਜਾਂ ਪੰਜਾਬ ਦੀ ਲੋਕਲ ਬਾਡੀ ਜਿਹੜੀ ਲੋਕਲ ਕਾਂਗਰਸ ਹੈ ਬੜੇ ਚਾਹੁੰਦੇ ਨੇ ਲੋਕ ਕਿ ਕਿਹੜਾ ਵੇਲਾ ਹੋਵੇ ਨਵਜੋਤ ਸਿੱਧੂ ਨੂੰ ਬਾਹਰ ਕੱਢਤਾ, ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ। ਪਰ ਅੱਜ ਤੱਕ ਇੰਨੀਆਂ ਗਤੀਵਿਧੀਆਂ ਕਰਨ ਦੇ ਬਾਵਜੂਦ ਵੀ ਕਾਂਗਰਸ ਹਾਈ ਕਮਾਂਡ ਨੇ ਉਹਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ। ਕਹਿਣ ਦਾ ਅਰਥ ਹੈ ਕਿ ਨਵਜੋਤ ਸਿੱਧੂ ਦੇ ਸਬੰਧ ਦੇ ਵਿੱਚ ਵੀ ਕਾਂਗਰਸ ਹਾਈ ਕਮਾਨ ਫੈਸਲਾ ਲੈਣ ਵਾਸਤੇ ਇਸ ਵੇਲੇ ਦੋ ਚਿੱਤੀ ਜਾਂ ਦੋ ਧਾਰੀ ਤਲਵਾਰ ਚ ਇਹਦੇ ਇਸ ਤਰ੍ਹਾਂ ਦਾ ਹੋਵੇ ਕਿ ਅਸੀਂ ਫੈਸਲਾ ਲੈਣੇ ਆ, ਲੈਣੇ ਦੇ ਦੇਣੇ ਪੈਣੇ। ਕਿਉਂਕਿ ਅੱਜ ਦੀ ਤਰੀਕ ਇਸ ਮੀਟਿੰਗ ਤੋਂ ਬਾਅਦ, ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਹਾਈ ਕਮਾਨ ਦੇ ਅੰਦਰ ਵੀ ਬਹੁਤ ਸਾਰੀਆਂ ਚਰਚਾਵਾਂ ਤਾਂ ਛਿੜੀ ਗਈਆਂ ਹੋਣਗੀਆਂ, ਕਿਉਂਕਿ ਲੋਕਾਂ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਟਵੀਟ ਕੀਤਾ ਹੈ, ਫੋਟੋ ਪਾਈ ਹੈ, ਖਾਸ ਕਰਕੇ ਉਸ ਦੌਰ ਦੇ ਵਿੱਚ, ਉਸ ਸਮੇਂ ਜਦੋਂ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਆਫਰ ਨੂੰ ਨਕਾਰ ਕੇ ਆਏ ਹੋਣ, ਠੁਕਰਾ ਕੇ ਆਏ ਹੋਣ, ਕੁਝ ਹੀ ਮਿੰਟਾਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਲ ਮੀਟਿੰਗ ਹੋ ਜਾਵੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਟਵੀਟ ਕਰਕੇ ਲਿਖ ਕੇ ਦੱਸਿਆ ਕਿ ਪੁਰਾਣੇ ਦੋਸਤ, ਪੁਰਾਣੀ ਸ਼ਰਾਬ ਤੇ ਜਿਹੜੇ ਪੁਰਾਣੇ ਸੋਨਾ ਜਿਹੜਾ ਅੱਜ ਵੀ ਬੈਸਟ ਨੇ, ਉਹ ਜੋ ਜਿਸ ਤਰੀਕੇ ਨਾਲ ਚਰਚਾਵਾਂ ਸਿਆਸੀ ਗਲਿਆਰਾਂ ਦੇ ਅੰਦਰ, ਲੋਕਾਂ ਦੇ ਅੰਦਰ, ਲੀਡਰਾਂ ਦੇ ਅੰਦਰ, ਹਾਈ ਕਮਾਨ ਦੇ ਅੰਦਰ ਵੀ ਜਿਹੜੀ ਕੱਲ ਦੀ ਹਫੜਾ ਤਫੜੀ ਜਿਹੜੀ ਉਹ ਮਚ ਗਈ ਹੋਣੀ ਹੈ ਕਿ ਇਹ ਕੀ ਹੋਣ ਜਾ ਰਿਹਾ। ਜੇ ਨਵਜੋਤ ਸਿੰਘ ਸਿੱਧੂ ਜਾ ਰਹੇ ਨੇ ਤਾਂ ਸਿਰਫ ਨਵਜੋਤ ਸਿੰਘ ਸਿੱਧੂ ਨਹੀਂ ਜਾਣਗੇ, ਹੋਰ ਵੀ ਬਹੁਤ ਸਾਰੇ ਜਾਣਗੇ। ਕੁਦਰਤੀ ਤੌਰ ਤੇ ਵੇਖੋ ਜੀ ਅੱਜ ਦੀ ਤਰੀਕ ਦੇ ਵਿੱਚ ਵੀ ਨਵਜੋਤ ਸਿੱਧੂ ਨਾਲ 25 ਤੋਂ 30 ਉਹ ਸਾਬਕਾ ਵਿਧਾਇਕ ਨੇ ਜਿਹੜੇ ਹਰ ਪ੍ਰੋਗਰਾਮ 'ਚ ਉਹਦੇ ਨਾਲ ਖਲੋਤੇ ਹੁੰਦੇ ਨੇ। ਦੇਸ਼ ਤੋਂ ਬਾਹਰ ਮੈਂ ਗੱਲ ਕਰ ਰਿਹਾ, ਦੇਸ਼ ਤੋਂ ਬਾਹਰ ਦੇ ਵੀ, ਕਿਉਂਕਿ ਕਾਂਗਰਸ ਦੇ ਜਿਹੜੇ ਲੀਡਰ ਸੀਗੇ, ਮੈਂ ਦੱਬੀ ਜਵਾਨ ਦੇ ਵਿੱਚ ਕਹਿੰਦੇ ਸੁਣਿਆ ਕਿ ਭਾਈ ਹੁਣ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਵਿੱਚ ਆ ਰਿਹਾ, ਹੁਣ ਕੁਝ ਬਣ ਜੂਗਾ। ਤਾਂ ਜਦੋਂ ਪ੍ਰਸ਼ਾਂਤ ਕਿਸ਼ੋਰ ਜਵਾਬ ਦੇ ਗਿਆ ਤੇ ਪਰ ਅਜਿਹੇ ਲੀਡਰਾਂ ਦਾ ਮੁਰਾਦ ਵੀ ਜ਼ਰੂਰ ਟੁੱਟਿਆ ਹੋਊਗਾ, ਅਜਿਹੇ ਲੀਡਰਾਂ ਦੀ ਆਸ ਵੀ ਜ਼ਰੂਰ ਟੁੱਟੀ ਹੋਊਗੀ, ਉਹਨਾਂ ਦੇ ਦਿਮਾਗ ਦੇ ਵਿੱਚ ਖਣਕੀ ਵੀ ਜ਼ਰੂਰ ਹੋਣੀ ਹੈ, ਖਟਕੀ ਜ਼ਰੂਰ ਹੋਣੀ ਹੈ ਕਿ ਭਾਈ ਜੇ ਪ੍ਰਸ਼ਾਂਤ ਕਿਸ਼ੋਰ ਵਰਗਾ ਵਿਅਕਤੀ ਵੀ ਕਾਂਗਰਸ ਦੇ ਨੂੰ ਦੁਬਾਰਾ ਸੱਤਾ ਦੇ ਵਿੱਚ ਲਿਆਉਣ ਦੇ ਲਈ, ਕਾਂਗਰਸ ਨੂੰ ਦੁਬਾਰਾ ਖੜੀ ਕਰਨ ਦੇ ਵਿੱਚ ਹੱਥ ਖੜੇ ਕਰ ਗਿਆ, ਤਾਂ ਫਿਰ ਕਾਂਗਰਸ ਦੇ ਵਿੱਚ ਰਹਿਣ ਦਾ ਫਿਰ ਫਾਇਦਾ ਕੋਈ ਨਹੀਂ। ਤਾਂ ਫਿਰ ਅਜਿਹੇ ਲੋਕ ਜਿਹੜੇ ਆ ਉਹ ਬਾਹਰਲੇ ਪਾਸੇ ਨੂੰ ਭੱਜਣਗੇ। ਬਿਲਕੁਲ ਬਿਲਕੁਲ ਇਹਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਇਨਕਾਰ ਕਰਨ ਦੇ ਨਾਲ ਜਾਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਜਿਸ ਤਰੀਕੇ ਨਾਲ ਐਲਾਨ ਕਰ ਦਿੱਤਾ ਗਿਆ, ਕਾਂਗਰਸ ਪਾਰਟੀ ਨੂੰ ਅੰਦਰੂਨੀ ਤੌਰ ਤੇ ਬੜਾ ਤਗੜਾ ਝਟਕਾ ਲੱਗਾ। ਕਿਉਂਕਿ ਇਹ ਪ੍ਰਸ਼ਾਂਤ ਕਿਸ਼ੋਰ ਦੇ ਸਿਰ ਤੇ ਹੀ ਕਾਂਗਰਸ ਹਾਈ ਕਮਾਨ 2024 ਦੀਆਂ ਚੋਣਾਂ ਨੂੰ ਜਿਹੜੀ ਵੇਖਦੀ ਪਈ ਸੀ। ਤੇ ਜੇਕਰ ਇਹੋ ਜਿਹਾ ਇੱਕ ਧਰੰਤਰ ਜਾਂ ਕਦਾਵਰ ਬੰਦਾ ਹੀ ਜਿਹਨੂੰ ਕਾਂਗਰਸ ਹਾਈ ਕਮਾਨ ਪੂਰਨ ਤੌਰ ਤੇ ਮਨਾਉਣ ਵਾਸਤੇ ਥੱਲੇ ਲਵੇ ਮਤਲਬ ਪੈ ਚੁੱਕੀ ਹੋਵੇ, ਤਾਂ ਫਿਰ ਵੀ ਪ੍ਰਸ਼ਾਂਤ ਕਿਸ਼ੋਰ ਵਰਗਾ ਵਿਅਕਤੀ ਸਾਫ਼ ਇਨਕਾਰ ਕਰਕੇ ਇਸ ਬਦਨਾਮੀ ਤੋਂ ਬਚਣ ਕਰਕੇ ਬਾਹਰ ਨਿਕਲ ਜਾਵੇ ਕਿ ਹਾਂ ਵੀ ਇਸ ਪਾਰਟੀ ਦਾ ਸੰਗਠਨ ਜੇਕਰ ਰਾਹੁਲ ਗਾਂਧੀ ਜਾਂ ਇੱਕ ਪਰਿਵਾਰ ਦੇ ਅਧੀਨ ਚੱਲਾ ਤਾਂ ਫਿਰ 2024 ਦੀਆਂ ਚੋਣਾਂ ਦੇ ਵਿੱਚ ਜੋ ਇਸ ਦਾ ਹਸ਼ਰ ਹੋਣਾ ਕਿਤੇ ਉਸ ਦਾ ਸਿਹਰਾ ਜਾਂ ਉਸ ਦੀ ਜ਼ਿੰਮੇਵਾਰੀ ਮੈਨੂੰ ਨਾ ਬਖਸ਼ ਦੇਣ, ਕਿਉਂਕਿ ਮੇਰੇ ਅਨੁਸਾਰ ਤਾਂ ਇਹ ਕੰਮ ਕਰਦੀ ਰਹੀ। ਤਾਂ ਕੁਦਰਤੀ ਤੌਰ ਤੇ ਉਹ ਸਾਈਡ ਤੇ ਹੋ ਗਿਆ, ਤੇ ਜਦੋਂ ਉਹ ਸਾਈਡ ਤੇ ਹੋ ਗਿਆ ਤੇ ਇਹਦੇ ਨਾਲ ਆਪਣੇ ਸੁਖਵਿੰਦਰ ਜੀ ਇਹ ਵੀ ਗੱਲ ਯਾਦ ਰੱਖੋ, ਜਿਹੜਾ G23 ਗਰੁੱਪ ਜਿਹੜੇ ਮੈਂਬਰ ਨੇ ਉਹਨਾਂ ਨੂੰ ਵੀ ਇੱਕ ਬਲ ਮਿਲਣਾ। ਉਹਨਾਂ ਨੇ ਕਹਿਣਾ ਕਿ ਦੇਖੋ ਜਿਹਦੇ ਉੱਤੇ ਕਾਂਗਰਸ ਹਾਈ ਕਮਾਨ ਸਾਡੇ ਨਾਲ ਟੱਕਰ ਲੈ ਰਹੀ ਸੀ, ਉਹ ਵੀ ਵਿਅਕਤੀ ਇਸ ਗੱਲ ਨੂੰ ਦਬਾ ਗਿਆ ਜਾਂ ਇਸ ਗੱਲ ਦੇ ਉੱਤੇ ਮੋਹਰ ਲਾ ਗਿਆ ਕਿ ਬਦਲਾਵ ਜਿਹੜਾ ਜ਼ਰੂਰੀ ਹੈ। ਹੁਣ ਪ੍ਰਸ਼ਾਂਤ ਕਿਸ਼ੋਰ ਦੇ
ਕਾਂਗਰਸ ਪਾਰਟੀ ਵਿੱਚ ਸ਼ਾਮਲ ਨਾ ਹੋਣ ਕਰਕੇ ਕਾਂਗਰਸ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਆ ਇਹਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਬਦਲਾਅ ਹੋ ਸਕਦਾ ਆ। ਜਿਹੜੇ 23 ਗਰੁੱਪ ਦੇ ਮੈਂਬਰ ਨੇ ਉਹ ਹੁਣ ਅਜਿਹੀਆਂ ਸਥਿਤੀਆਂ ਜ਼ਰੂਰ ਪੈਦਾ ਕਰਨਗੇ, ਕਿਉਂਕਿ ਉਹਨਾਂ ਦੇ ਵਿੱਚ ਬੇਸ਼ੱਕ ਗਾਂਧੀ ਪਰਿਵਾਰ ਭਗਤ ਦੇ ਲੋਕ ਸ਼ਾਮਲ ਨੇ, ਪਰ ਉਹਨਾਂ ਦੇ ਵਿੱਚ ਉਹ ਵੀ ਵਿਅਕਤੀ ਸ਼ਾਮਲ ਨੇ ਜਿਹੜੇ ਬੀਤੇ ਲੰਮੇ ਸਮੇਂ ਤੋਂ ਗਾਂਧੀ ਪਰਿਵਾਰ ਦੀ ਜਿਹੜੀ ਆ ਬਦਲਾਅ ਦੀ ਗੱਲ ਕਰਦੇ ਰਹੇ ਆ ਕਿ ਲੀਡਰਸ਼ਿਪ ਕਿਸੇ ਹੋਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਤਾਂ ਉਹੋ ਜਿਹੀ ਗੱਲ ਜਿਹੜੀ ਆ ਪ੍ਰਸ਼ਾਂਤ ਕਿਸ਼ੋਰ ਨੇ ਕੀਤੀ ਆ ਤੇ ਪ੍ਰਸ਼ਾਂਤ ਕਿਸ਼ੋਰ ਇਸ ਮੁਹਾਜ਼ ਤੋਂ ਜੇ ਉਹ ਸਾਈਡ ਤੇ ਹੋ ਜਾਇਆ ਤੇ ਇਸ ਮੁਹਾਜ਼ ਤੋਂ ਸਾਈਡ ਹੋਣ ਤੋਂ ਬਾਅਦ ਕੁਦਰਤੀ ਤੌਰ ਤੇ ਜਿਹੜੀ ਤੁਸੀਂ ਗੱਲ ਬਿਆਨ ਕਰ ਰਹੇ ਜੀ ਕਿ ਕਾਂਗਰਸ ਇੱਕ ਹਫੜਾ ਦਫੜੀ ਦੀ ਸਥਿਤੀ ਆ, ਉਹ ਤਾਂ ਪੈਣੀ ਆ। ਹਫੜਾ ਦਫੜੀ ਦੀ ਸਥਿਤੀ ਸਮੁੱਚੀ ਕਾਂਗਰਸ ਦੇ ਵਿੱਚ ਨਾ ਕੋ, ਖਾਸ ਤੌਰ ਤੇ ਗਾਂਧੀ ਪਰਿਵਾਰ ਚ ਕੋ, ਕਿਉਂਕਿ ਜਿਹਨਾਂ ਦੇ ਸੰਬੰਧੀ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਸਾਈਡ ਤੇ ਹੋ ਜਾਓ। ਤੇ ਜੇਕਰ ਹੁਣ ਪ੍ਰਸ਼ਾਂਤ ਕਿਸ਼ੋਰ ਛੱਡ ਜਾਂਦਾ ਤਾਂ ਕੁਦਰਤੀ ਤੌਰ ਤੇ ਜਿਹੜੇ ਵਿਅਕਤੀ ਨੇ ਜਿਨ੍ਹਾਂ ਦੇ ਆਧਾਰ ਤੇ ਜਿਹੜੇ ਉਸ ਨੂੰ ਸਮਝਦੇ ਸੀ ਕਿ ਇਹਦੇ ਆਧਾਰ ਤੇ ਕਾਂਗਰਸ ਮੁੜ ਸੱਤਾ 'ਚ ਪ੍ਰਵੇਸ਼ ਕਰ ਸਕਦੀ ਹੈ, ਤਾਂ ਪਰ ਹੁਣ ਜਿਹੜੀ ਕਾਂਗਰਸ ਦੀ ਪਤਲੀ ਪੈਂਦੀ ਜਾ ਰਹੀ ਸਥਿਤੀ ਹੈ, ਉਹ ਸਥਿਤੀ ਦੇ ਆਧਾਰ ਤੇ ਤਾਂ ਕੁਦਰਤੀ ਤੌਰ ਤੇ ਅੰਦਰੂਨੀ ਟੁੱਟ ਭੱਜ ਜਿਹੜੀ ਆ ਉਹ ਹੋਣ ਦੀ ਪੂਰੀ ਸੰਭਾਵਨਾ ਸੁਖਵਿੰਦਰ ਜੀ ਲੱਗਦੀ ਹੈ, ਜ਼ਿਆਦਾ ਮਜ਼ਬੂਤ ਲੱਗਦੀ ਹੈ ਜੀ। ਅੰਕਿਤ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਭਾਈ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਨਾਨਕੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਜੋ ਆਪਸੀ ਮੀਟਿੰਗ ਹੋਈ ਉਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਬਹੁਤ ਸਾਰੀਆਂ ਗੱਲਾਂ ਅਸੀਂ ਸਾਫ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਤਾਂ ਉਮੀਦ ਕਰਦੇ ਹਾਂ ਕਿ ਸਾਡਾ ਪ੍ਰੋਗਰਾਮ ਜਿਹੜਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਜੋ ਇਜਾਜ਼ਤ। ਧੰਨਵਾਦ।